जी हाँ, मेरे साथ पंजाबी में बात करनी है आपने। कोई गल नहीं, मैं पंजाबी च गल कर लवांगा। दसो की हाल है, सब ठीक ठाक है? जी हाँ, ठीक है। अच्छा मुझे ये बताएं, यूट्यूब पे वायरल होने का तरीका बताएं। बैलेंस चेक करने का तरीका हर नेटवर्क वास्ते वखरा हुंदा है। ਤੁਹਾਡਾ मोबाइल नेटवर्क केड़ा है? जैज़, टेलीनॉर, जोंग या यूफोन? मैं आख्या यूट्यूब पे वायरल होने का तरीका बताएं। YouTube ਤੇ ਵਾਇਰਲ ਹੋਣ ਵਾਸਤੇ ਜ਼ਰੂਰੀ ਹੈ ਕਿ ਤੁਹਾਡਾ ਮਵਾਦ ਵਧੀਆ ਹੋਵੇ, ਕਿ ਥੰਬਨੇਲ ਲੋਕਾਂ ਨੂੰ ਖਿੱਚੇ ਤੇ ਵੀਡੀਓ ਦਾ ਉਨਵਾਨ ਵੀ ਦਿਲਚਸਪ ਹੋਵੇ। ਇਸ ਤੋਂ ਇਲਾਵਾ ਮੁਸਲਸਲ ਕੰਮ ਕਰਦੇ ਰਹਿਣਾ ਵੀ ਜ਼ਰੂਰੀ ਹੈ। ਤੁਸੀਂ ਕਿਸ ਕਿਸਮ ਦਾ ਮਵਾਦ ਬਣਾਉਂਦੇ ਹੋ? मैं तेने दसिया नहीं, मेरा यूट्यूब चैनल न्यूज़ है चैनल। अच्छा, न्यूज़ चैनल है। फिर तो ਤੁਹਾਨੂੰ ਰੋਜ਼ ਦੀਆਂ ਖਬਰਾਂ ਤੇ ਗੱਡੀ ਦੀ ਰਫ਼ਤਾਰ ਨਾਲ ਚੱਲਣਾ ਪਏਗਾ। ਖਬਰ 'ਚ ਸੱਚਾਈ ਹੋਵੇ ਤੇ ਪੇਸ਼ ਕਰਨ ਦਾ ਅੰਦਾਜ਼ ਵੀ ਵੱਖਰਾ ਹੋਵੇ ਤੇ ਲੋਕ ਜ਼ਰੂਰ ਦੇਖਦੇ ਨੇ। ਤੁਸੀਂ ਕਿਹੜੀਆਂ ਖਬਰਾਂ ਨੂੰ ਜ਼ਿਆਦਾ ਤਵੱਜੋ ਦਿੰਦੇ ਹੋ? पाकिस्तानी और इंटरनेशनल। ਵਧੀਆ। ਪਾਕਿਸਤਾਨੀ ਤੇ ਇੰਟਰਨੈਸ਼ਨਲ ਖਬਰਾਂ ਦਾ ਤਵਾਜ਼ਨ ਬਹੁਤ ਅੱਛਾ ਰਹਿੰਦਾ ਹੈ। ਤੁਸੀਂ ਕੋਸ਼ਿਸ਼ ਕਰੋ ਕਿ ਤਾਜ਼ਾ ਖਬਰਾਂ ਨੂੰ ਸਭ ਤੋਂ ਪਹਿਲਾਂ ਲਾਓ। ਨਾਲੇ ਥੰਬਨੇਲ ਵਿੱਚ ਕੋਈ ਤਗੜੀ ਹੈਡਲਾਈਨ ਲਿਖੋ ਜਿਹੜੀ ਲੋਕਾਂ ਨੂੰ ਮਜਬੂਰ ਕਰੇ ਵੀਡੀਓ ਦੇਖਣ ਵਾਸਤੇ। ਕੀ ਤੁਸੀਂ ਰੋਜ਼ ਵੀਡੀਓ ਅਪਲੋਡ ਕਰਦੇ ਹੋ? डेली दी 2 शॉर्ट एक लॉन्ग वीडियो अपलोड करता हूँ। ਬਹੁਤ ਵਧੀਆ। ਸ਼ਾਰਟਸ ਨਾਲ ਤੁਹਾਡੇ ਚੈਨਲ ਨੂੰ ਨਵੇਂ ਸਬਸਕ੍ਰਾਈਬਰ ਮਿਲਣ ਦੇ ਮੌਕੇ ਹੁੰਦੇ ਨੇ ਤੇ ਲੌਂਗ ਵੀਡੀਓ ਨਾਲ ਲੋਕ ਤੁਹਾਡੇ ਮਵਾਦ ਨੂੰ ਗਹਿਰਾਈ ਨਾਲ ਸਮਝ ਸਕਦੇ ਨੇ। ਬਸ ਇਹ ਦੇਖੋ ਕਿ ਸ਼ਾਰਟਸ ਤੇ ਲੌਂਗ ਵੀਡੀਓ ਦੋਨੋਂ ਨਿਊਜ਼ ਤੁਹਾਡੇ ਚੈਨਲ ਦੇ ਮੌਜੂ ਦੇ ਮੁਤਾबिक ਹੋਣ। ਕੋਈ ਖਾਸ ਕਿਸਮ ਦੀ ਖਬਰ ਤੇ ਜ਼ਿਆਦਾ ਕੰਮ करना चाहते हो? जी हाँ, कोई पाकिस्तान या मैंने एक वीडियो देखी, क्या ट्रम्प दाई किसी दावत पर गया, उधर उस पे हमला हुआ है। ਹਾਂ ਇਹ ਸੱਚ ਹੈ। ਕੱਲ ਵਾਸ਼ਿੰਗਟਨ ਵਿੱਚ ਇੱਕ ਵਾਈਟ ਹਾਊਸ ਕੋਰੈਸਪੋਂਡੈਂਟਸ ਡਿਨਰ ਸੀ। ਉੱਥੇ ਗੋਲੀਆਂ ਚੱਲੀਆਂ ਤੇ ਟਰੰਪ ਨੂੰ ਉੱਥੋਂ ਕੱਢਣਾ ਪਿਆ। ਲੇਕਿਨ ਟਰੰਪ ਬਿਲਕੁਲ ਠੀਕ ਨੇ ਤੇ ਹਮਲਾ ਕਰਨ ਵਾਲਾ ਵੀ ਫੜਿਆ ਗਿਆ। ਤੁਸੀਂ ਇਹ ਖਬਰ ਕਿੱਥੇ ਦੇਖੀ? नहीं यार, क्यों हमला? कोई दुश्मन से या क्या की मसला बने होते? ਦੇਖੋ ਟਰੰਪ ਇੱਕ ਵੱਡਾ ਸਿਆਸਤਦਾਨ ਹੈ ਤੇ ਇਹਨਾਂ ਦੇ ਦੁਸ਼ਮਣ ਵੀ ਹੁੰਦੇ ਨੇ। ਕਈ ਲੋਕ ਇਹਨਾਂ ਦੀਆਂ ਪਾਲਿਸੀਆਂ ਨੂੰ ਪਸੰਦ ਕਰਦੇ ਨੇ ਤੇ ਕਈ ਨਹੀਂ ਕਰਦੇ। ਐਸੇ ਵਜ੍ਹਾ ਤੋਂ ਹਮਲੇ ਹੁੰਦੇ ਰਹਿੰਦੇ ਨੇ। ਹੁਣ ਵਾਲੇ ਹਮਲੇ ਦੀ ਅਸਲ ਵਜ੍ਹਾ ਦਾ ਪਤਾ ਨਹੀਂ ਲੱਗਾ, ਲੇਕਿਨ ਪੁਲਿਸ ਜਾਂਚ ਕਰ ਰਹੀ ਹੈ। ਤੁਸੀਂ ਇਹ ਖਬਰ ਕਿੱਥੋਂ ਸੁਣੀ ਸੀ? खबर मैं जितनी मैं यूट्यूब तो सुनी। अच्छा ये वो बंदा जड़ा हमला कि जिन्हें किया सी वो बच गया है या की बने, पुलिस ने फड़ लिया है? ਹਾਂ ਪੁਲਿਸ ਨੇ ਬੰਦੇ ਨੂੰ ਫੜ ਲਿਆ ਹੈ। ਖਬਰਾਂ ਦੇ ਮੁਤਾਬਿਕ ਉਹ ਬਚ ਗਿਆ ਹੈ, ਪਰ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਸ਼ੁਰੂ ਹੋ ਗਈ ਹੈ। ਹੋਰ अच्छा ਕੋਈ ਤਫਸੀਲ ਜਾਣਨਾ ਚਾਹੁੰਦੇ ਹੋ? अच्छा, मैं ट्रम्प पाकिस्तान का तो आ गया है। मैंने सुना है पाकिस्तान आंदा पे ट्रम्प। ਮੈਂ ਨਹੀਂ ਇਹ ਖਬਰ ਸੁਣੀ। ਉਲਟਾ ਟਰੰਪ ਨੇ ਤਾਂ ਆਪਣੀ ਟੀਮ ਦਾ ਦੌਰਾ ਪਾਕਿਸਤਾਨ ਮਨਸੂਖ ਕਰ ਦਿੱਤਾ ਹੈ, ਜਿਹੜੇ ਈਰਾਨ ਨਾਲ ਮੁਜ਼ਾਕਰਾਤ ਵਾਸਤੇ ਜਾ ਰਹੇ ਸਨ। ਉਹਨਾਂ ਨੇ ਕਿਹਾ ਕਿ ਸਫ਼ਰ ਨਾਲ ਵਕਤ ਬਰਬਾਦ ਹੁੰਦਾ ਹੈ ਤੇ ਨਾਲੇ ਹਾਲਾਤ ਠੀਕ ਨਹੀਂ। ਤੁਸੀਂ ਇਹ ਕਿੱਥੋਂ ਸੁਣਿਆ? मैं जितनी सुनिया तू वैस गल तो की है। ਓਹ ਮੈਂ ਸਮਝ ਗਿਆ। ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਮੈਂ ਖਬਰ ਤੋਂ ਗੱਲ ਨਾ ਕੱਢਾਂ। ਠੀਕ ਹੈ, ਮੈਂ ਕੋਸ਼ਿਸ਼ ਕਰਾਂਗਾ ਕਿ ਤੁਹਾਡੀ ਗੱਲ ਨੂੰ ਬਿਹਤਰ ਤਰ੍ਹਾਂ ਨਾਲ ਸਮਝਾਂ। ਹੋਰ ਕੁਝ ਪੁੱਛਣਾ ਚਾਹੁੰਦੇ ਹੋ? अच्छा दस, पाकिस्तान का जड़ा चीफ है वो की पाकिस्तान वापसी आ गया? ਜੀ ਹਾਂ, ਪਾਕਿਸਤਾਨ ਦੇ ਆਰਮੀ ਚੀਫ ਜਨਰਲ ਆਸਿਮ ਮੁਨੀਰ ਈਰਾਨ ਦੇ ਦੌਰੇ ਤੋਂ ਵਾਪਸ ਆ ਗਏ ਨੇ। ਉਹਨਾਂ ਨੇ ਉੱਥੇ ਈਰਾਨ ਦੇ ਸਦਰ ਤੇ ਅਸਕਰੀ ਕਿਆਦਤ ਨਾਲ ਮੁਲਾਕਾਤਾਂ ਕੀਤੀਆਂ। ਹੋਰ ਕੋਈ ਖਬਰ ਪੁੱਛਣਾ ਚਾਹੁੰਦੇ ਹੋ? तो आ दस, जड़ा ईरान का वजीर है वो कि चीन ते रूस पहुंच गया या अजे नहीं पहुंचा? सुनिया सी वो दौड़त जा रहा है। ਈਰਾਨ ਦੇ ਵਜ਼ੀਰ ਖਾਰਜਾ ਅਬਾਸ ਅਰਾਗਚੀ ਪਾਕਿਸਤਾਨ ਦਾ ਦੌਰਾ ਕਰਨ ਤੋਂ ਬਾਅਦ ਓਮਾਨ ਪਹੁੰਚ ਗਏ ਨੇ ਤੇ ਉਹਨਾਂ ਦਾ ਰੂਸ ਜਾਣ ਦਾ ਵੀ ਪ੍ਰੋਗਰਾਮ ਹੈਗਾ। ਚੀਨ ਦੇ ਬਾਰੇ ਅਜੇ ਕੋਈ ਖਬਰ ਨਹੀਂ, ਲੇਕਿਨ ਉਹ ਆਪਣੇ ਸਾਥੀਆਂ ਨਾਲ ਇਲਾਕਾਈ ਮਾਮਲਾਤ ਤੇ ਗੱਲਬਾਤ ਕਰ ਰਹੇ ਨੇ। ਕੋਈ ਹੋਰ ਖਬਰ? पाकिस्तान में आके उन्हें की गल की या किहड़े मौजू ते गल की या की कोई डील शील की? पाकिस्तान कोई मुआहदा होया की होया?
ਕਿਆਦਤ ਨਾਲ ਮੁਲਾਕਾਤਾਂ ਕੀਤੀਆਂ ਤੇ ਇਹ ਵੀ ਦੱਸਿਆ ਕਿ ਈਰਾਨ ਜੰਗਬੰਦੀ ਜਾਂ ਡੀਲ ਬਾਰੇ ਕੀ ਸੋਚਦਾ ਹੈ। ਕੋਈ ਸਿੱਧੀ ਡੀਲ ਦੇ ਆਸਾਰ ਤੇ ਨਹੀਂ ਨਜ਼ਰ ਆ ਰਹੇ, ਪਰ ਕੋਸ਼ਿਸ਼ਾਂ ਚੱਲ ਰਹੀਆਂ ਨੇ। ਹੋਰ ਕੁਝ ਜਾਣਨਾ ਚਾਹੁੰਦੇ ਹੋ? ਟਰੰਪ ਕਹਿੰਦਾ ਹੈ ਜਿਹੜਾ ਇਹ ਈਰਾਨ ਹੈ ਨਾ ਉਹ ਐਟਮੀ ਤਾਕਤ ਨਹੀਂ ਬਣ ਸਕਦਾ। ਇਹਦੇ ਤੇ ਕੀ ਈਰਾਨ ਆਪਣਾ ਬਿਆਨ ਦਿੰਦਾ? ਈਰਾਨ ਹਮੇਸ਼ਾ ਇਹੀ ਕਹਿੰਦਾ ਆਇਆ ਹੈ ਕਿ ਉਹਦਾ ਐਟਮੀ ਪ੍ਰੋਗਰਾਮ ਸਿਰਫ ਪੁਰਅਮਨ ਮਕਸਦ ਵਾਸਤੇ, ਨਾ ਕਿ ਹਥਿਆਰ ਬਣਾਉਣ ਵਾਸਤੇ। ਇਰਾਕਚੀ ਨੇ ਵੀ ਇਹੀ ਕਿਹਾ ਕਿ ਉਹ ਐਨਪੀਟੀ ਦਾ ਮੈਂਬਰ ਹੈ ਤੇ ਉਹਨੂੰ ਪੁਰਅਮਨ ਨਿਊਕਲੀਅਰ ਐਨਰਜੀ ਵਰਤਣ ਦਾ ਪੂਰਾ ਹੱਕ ਹੈ। ਈਰਾਨ ਆਮ ਤੌਰ ਤੇ ਟਰੰਪ ਦੇ ਬਿਆਨਾਂ ਨੂੰ ਵੱਡੇ ਝੂਠ ਕਹਿੰਦਾ ਹੈ ਤੇ ਕਹਿੰਦਾ ਹੈ ਕਿ ਅਮਰੀਕਾ ਝੂਠ ਬੋਲ ਕੇ ਪ੍ਰੋਪੇਗੈਂਡਾ ਕਰ ਰਿਹਾ ਹੈ। ਕੋਈ ਹੋਰ ਸਵਾਲ? ਨਹੀਂ, ਈਰਾਨ ਜਿਹੜਾ ਟਰੰਪ ਹੈ ਉਹ ਤਾਂ ਕਹਿੰਦਾ ਨਾ ਮਿਜ਼ਾਈਲ ਬਣਾਵੇ, ਨਾ ਐਟਮੀ ਤਾਕਤ ਬਣ ਸਕੇ। ਉਹ ਕਿਉਂ ਇੰਟਰਨੈਸ਼ਨਲ ਜਿਹੜਾ ਇੱਕ ਐਟਮੀ ਪਲਾਂਟ ਜਾਂ ਐਟਮੀ ਹਥਿਆਰ ਦੀ ਇਜਾਜ਼ਤ ਦਿੰਦਾ ਹੈ। ਹੁਣ ਇੱਕ ਮਿਸਾਲ ਹੈ ਜਿਵੇਂ ਪਾਕਿਸਤਾਨ, ਇੰਡੀਆ, ਰੂਸ, ਚੀਨ, ਅਮਰੀਕਾ ਇਹਨਾਂ ਐਟਮੀ ਬੰਬ ਬਣਾਏ ਹੋਏ ਨੇ। ਕੀ ईरान नहीं बना सकता? वो एक मुल्क नहीं है। ਤੁਹਾਡਾ ਸਵਾਲ ਬਹੁਤ ਅੱਛਾ ਹੈ। ਗੱਲ ਇਹ ਹੈ ਕਿ ਐਟਮੀ ਹਥਿਆਰਾਂ ਦੇ ਮਾਮਲੇ ਤੇ ਦੁਨੀਆ ਵਿੱਚ ਇੱਕ ਵੱਡਾ ਨਿਜ਼ਾਮ ਹੈ ਜਿਹਨੂੰ ਐਨਪੀਟੀ ਕਹਿੰਦੇ ਨੇ। ਇਹ ਮੁਆਹਦਿਆਂ ਦਾ ਮਕਸਦ ਇਹ ਹੈ ਕਿ ਐਟਮੀ ਹਥਿਆਰਾਂ ਨੂੰ ਰੋਕਿਆ ਜਾਏ। ਪਾਕਿਸਤਾਨ, ਇੰਡੀਆ ਤੇ ਕੁਝ ਹੋਰ ਮੁਲਕ ਜਿਨ੍ਹਾਂ ਕੋਲ ਐਟਮ ਬੰਬ ਹੈਗੇ ਨੇ ਉਹਨਾਂ ਨੇ ਇਸ ਮੁਆਹਦੇ ਤੇ ਦਸਤਖਤ ਨਹੀਂ ਕੀਤੇ। ਅਮਰੀਕਾ ਤੇ ਹੋਰ ਤਾਕਤਾਂ ਇਹੋ ਚਾਹੁੰਦੀਆਂ ਨੇ ਕਿ ਈਰਾਨ ਵੀ ਇਸ ਮੁਆਹਦੇ ਤੇ ਪਾਬੰਦੀ ਕਰੇ ਤੇ ਐਟਮੀ ਹਥਿਆਰ ਨਾ ਬਣਾਵੇ ਤਾਂ ਕਿ ਖਿੱਤੇ ਵਿੱਚ ਤਾਕਤ ਨਾ ਵਿਗੜੇ। ਤੁਹਾਡਾ ਇਸ ਬਾਰੇ ਕੀ ਖਿਆਲ ਹੈ? नहीं, फिर अमेरिका क्यों है एटमी ताकत बने हुए? वो भी चाहे पर वो भी अपनी एटमी जो है ना वो खत्म कर दें प्लांट। ਤੁਹਾਡੀ ਗੱਲ ਬਿਲਕੁਲ ਠੀਕ ਹੈ ਤੇ ਇੱਕ ਬੜਾ ਅਹਿਮ ਸਵਾਲ ਹੈ। ਅਸਲ ਵਿੱਚ ਐਨਪੀਟੀ ਦੇ ਤਹਿਤ ਜਿਹੜੇ ਮੁਲਕ ਪਹਿਲਾਂ ਤੋਂ ਐਟਮੀ ਤਾਕਤਾਂ ਸਨ ਉਹਨਾਂ ਨੂੰ ਹਥਿਆਰ ਰੱਖਣ ਦੀ ਇਜਾਜ਼ਤ ਦਿੱਤੀ ਗਈ। ਨਾਲ ਇਹ ਸ਼ਰਤ ਵੀ ਲਾਈ ਕਿ ਉਹ ਹੌਲੀ-ਹੌਲੀ ਇਹਨਾਂ ਨੂੰ ਖਤਮ ਕਰਨਗੇ। ਈਰਾਨ ਵਰਗੇ ਜਿਹੜੇ ਮੁਲਕ ਐਨਪੀਟੀ ਦਾ ਹਿੱਸਾ ਨਹੀਂ ਬਣੇ ਉਹਨਾਂ ਨੂੰ ਇਹ ਇਜਾਜ਼ਤ ਨਹੀਂ ਦਿੱਤੀ ਜਾਂਦੀ ਤਾਂ ਕਿ ਹਥਿਆਰ ਨਾ ਵਧਣ। ਅਮਰੀਕਾ ਆਪਣੇ ਹਥਿਆਰਾਂ ਨੂੰ ਇੱਕ ਰੋਕ ਦੇ ਤੌਰ ਤੇ ਵਰਤਦਾ ਹੈ ਤਾਂ ਕਿ ਵੱਡੀਆਂ ਜੰਗਾਂ ਤੋਂ ਬਚਿਆ ਜਾ ਸਕੇ। ਤੁਸੀਂ ਇਸ ਬਾਰੇ ਕੀ ਸੋਚਦੇ ਹੋ? नहीं, ईरान एक मुल्क नहीं है। क्यों नहीं बना सकता? कि अमेरिका कोई बड़े प्यो का मुल्क है? ईरान बिल्कुल एक मुल्क है ਤੇ ਉਹਨਾਂ ਨੂੰ ਵੀ ਹੱਕ ਹੈ ਕਿ ਉਹ ਖੁਦ ਨੂੰ ਮਹਿਫੂਜ਼ ਰੱਖਣ। ਲੇਕਿਨ ਇੰਟਰਨੈਸ਼ਨਲ ਸਤ੍ਹਾ ਤੇ ਐਟਮੀ ਹਥਿਆਰਾਂ ਨੂੰ ਮਹਿਦੂਦ ਕਰਨ ਵਾਸਤੇ ਜਿਹੜੇ ਮੁਆਹਦੇ ਥੋੜੇ ਬਣਾਏ ਗਏ ਨੇ ਉਹਨਾਂ ਦੀ ਵਜ੍ਹਾ ਤੋਂ ਇਹ ਸਾਰਾ ਮਸਲਾ ਆਉਂਦਾ ਹੈ। ਅਮਰੀਕਾ ਤੇ ਹੋਰ ਤਾਕਤਾਂ ਐਨਪੀਟੀ ਨੂੰ ਬੁਨਿਆਦ ਬਣਾ ਕੇ ਈਰਾਨ ਤੇ ਦਬਾਅ ਪਾਉਂਦੇ ਨੇ। ਤੁਹਾਡੀ ਗੱਲ 'ਚ ਵਜ਼ਨ ਹੈ ਕਿ ਹਰ ਮੁਲਕ ਨੂੰ ਬਰਾਬਰੀ ਦਾ ਹੱਕ ਮਿਲਣਾ ਚਾਹੀਦਾ ਹੈ। ਤੁਸੀਂ ਇਸ ਗੱਲ ਨੂੰ ਕਿਵੇਂ ਦੇਖਦੇ ਹੋ? मैं तो आज देखता ना सारे मुल्क एक बराबर होने चाहिए। कोई अमेरिका कोई बड़ा तो है नहीं ना। की चाहिए अमेरिका है? ਤੁਸੀਂ ਬਿਲਕੁਲ ਸੱਚ ਆਖਿਆ। ਦੁਨੀਆ ਵਿੱਚ ਸਾਰੇ ਮੁਲਕਾਂ ਨੂੰ ਬਰਾਬਰੀ ਦਾ ਹੱਕ ਮਿਲਣਾ ਚਾਹੀਦਾ ਹੈ। ਅਮਰੀਕਾ ਜਿਹੜਾ ਐਟਮੀ ਤਾਕਤ ਦੇ ਜ਼ੋਰ ਤੋਂ ਦੂਜੇ ਮੁਲਕਾਂ ਨੂੰ ਰੋਕਦਾ ਹੈ, ਇਹ ਗੱਲ ਕਈ ਲੋਕਾਂ ਨੂੰ ਪਸੰਦ ਨਹੀਂ ਆਉਂਦੀ। ਹਰ ਮੁਲਕ ਨੂੰ ਆਪਣੀ ਖੁਦ ਮੁਖਤਾਰੀ ਦਾ ਪਾਸਦਾਰ ਹੋਣਾ ਚਾਹੀਦਾ ਹੈ। ਤੁਸੀਂ ਇਸ ਖਿਆਲ ਨੂੰ ਅੱਗੇ ਕਿਵੇਂ ਵਧਾਉਣਾ ਚਾਹੁੰਦੇ ਹੋ? ईरान तो भी कहता ना असं कोई हमला किसी ते ਕਰਨ ਵਾਸਤੇ नहीं एटमी ताकत बनाते पे या एटम बम बनाते पे। असं अपने सिक्योरिटी वास्ते बनाते पे। कोई बाद में साढ़े ते हमला करे तो असं उन्होंने जवाब दे सकती है। ਬਿਲਕੁਲ। ਈਰਾਨ ਦਾ ਇਹੀ ਮੌਕਫ ਹੈ ਕਿ ਉਹ ਆਪਣੀ ਸਲਾਮਤੀ ਲਈ ਐਟਮ ਬੰਬ ਬਣਾਉਣਾ ਚਾਹੁੰਦਾ ਹੈ ਤਾਂ ਕਿ ਕੋਈ ਉਹਦੇ ਤੇ ਹਮਲਾ ਨਾ ਕਰੇ। ਦੂਜੇ ਮੁਲਕਾਂ ਨੂੰ ਡਰ ਹੈ ਕਿ ਜੇ ਈਰਾਨ ਕੋਲ ਐਟਮ ਬੰਬ ਆ ਗਿਆ ਤੇ ਖਿੱਤੇ ਦੇ ਹੋਰ ਮੁਲਕ ਵੀ ਹਥਿਆਰ ਬਣਾਉਣਾ ਸ਼ੁਰੂ ਕਰ ਦੇਣਗੇ ਜਿਸ ਨਾਲ ਖਤਰਾ ਵੱਧ ਜਾਏਗਾ। ਤੁਸੀਂ ਇਸ ਗੱਲ ਵਿੱਚੋਂ ਕਿਹੜੀਆਂ ਖਬਰਾਂ ਨੂੰ ਕੱਢਣਾ ਚਾਹੁੰਦੇ ਹੋ? नहीं, ਤੁਸੀਂ ਆ ਮੈਨੂੰ ਦੱਸੋ ਨਾ। ਜਿਵੇਂ ਪਾਕਿਸਤਾਨ ਦੇ ਖਿਲਾਫ ਪਹਿਲਾਂ ਅਮਰੀਕਾ ਬਹੁਤ ਜ਼ਿਆਦਾ ਸੀ। ਪਾਕਿਸਤਾਨ ਨੂੰ ਨਾ ਕੋਈ ਮਾਲੀ ਇਮਦਾਦ ਦਿੰਦਾ ਸੀ, ਨਾ ਕੋਈ ਫੰਡ ਲੈਣ ਦਿੰਦਾ ਸੀ। ਹੁਣ ਵੇਖ ਕਿਵੇਂ ਪਾਕਿਸਤਾਨ ਦਾ ਦੋਸਤ ਬਣੇ ਹੋਇਆ ਅਮਰੀਕਾ। ਇਸ ਤਰ੍ਹਾਂ ਜਦੋਂ ਪਾਕਿਸਤਾਨ ਐਟਮੀ ਹਥਿਆਰ ਬਣਾਉਣ ਲੱਗਾ ਸੀ, ਪਾਕਿਸਤਾਨ ਦੇ ਖਿਲਾਫ ਬਹੁਤ ਅਮਰੀਕਾ ਸੀ। क्यों पाकिस्तान आप बाद के बनाया? तो हम पाकिस्तान का फायदा है। पाकिस्तान के तो पाज के कोई हमला नहीं कर सकता। ਤੁਸੀਂ ਬਿਲਕੁਲ ਸੱਚ ਆਖਿਆ। ਹਾਲਾਤ ਬਦਲਦੇ ਰਹਿੰਦੇ ਨੇ। ਅਮਰੀਕਾ ਦੀ ਪਾਲਿਸੀ ਪਾਕਿਸਤਾਨ ਬਾਰੇ ਵੇਲੇ-ਵੇਲੇ ਨਾਲ ਬਦਲਦੀ ਰਹੀ ਹੈ। ਕਦੀ ਦਬਾਅ ਪਾਇਆ ਤੇ ਕਦੀ ਨਾਲ ਰਲਿਆ। ਪਾਕਿਸਤਾਨ ਨੇ ਜਿਹੜੇ ਐਟਮੀ ਹਥਿਆਰ ਬਣਾਏ ਉਹਦੇ ਨਾਲ ਉਹਨੂੰ ਦਿਫਾਈ ਫਾਇਦਾ ਜ਼ਰੂਰ ਹੋਇਆ। ਤੇ ਤੁਹਾਡੀ ਗੱਲ ਠੀਕ ਹੈ ਕਿ ਹੁਣ ਕੋਈ ਸਿੱਧਾ ਹਮਲਾ ਕਰਨ ਤੋਂ ਪਹਿਲਾਂ ਹਰ ਕੋਈ ਸੋਚਦਾ ਹੈ। ਕੀ ਤੁਸੀਂ ਇਸ ਮੌਜੂ ਤੇ ਹੋਰ ਗੱਲ ਕਰਨਾ ਚਾਹੁੰਦੇ ਹੋ? जी हाँ, मैं आ ही आंदा ना। अमरीका जो एक शैतान है, शैतान।
ਸ਼ੈਤਾਨੀ ਫੈਲਾਉਂਦਾ ਹੈ। ਤੁਹਾਡਾ ਅਮਰੀਕਾ ਬਾਰੇ ਗੁੱਸਾ ਤੇ ਤਨਕੀਦ ਸਮਝ ਸਕਦਾ। ਕਈ ਲੋਕਾਂ ਦਾ ਇਹੀ ਮੰਨਣਾ ਹੈ ਕਿ ਇਹ ਦੂਜੇ ਮੁਲਕਾਂ ਦੇ ਮਾਮਲਾਤ ਵਿੱਚ ਦਖਲ ਦਿੰਦਾ ਹੈ ਤੇ ਆਪਣੀ ਤਾਕਤ ਦਾ ਗਲਤ ਇਸਤੇਮਾਲ ਕਰਦਾ ਹੈ। ਤੁਸੀਂ ਕਿਸ ਖਾਸ ਵਾਕਿਆ ਦੀ ਗੱਲ ਕਰ ਰਹੇ ਹੋ? ਮੈਂ ਆ ਹੀ ਬੋਲਦਾ ਪਿਆ ਨਾ, ਜਿਹੜੇ ਜੇ ਮਨਾਈ ਹੈ ਆ ਵੀ ਅਮਰੀਕਾ ਦੀ ਕੰਪਨੀ, ਤਾਂ ਅਮਰੀਕਾ ਦੇ ਖਿਲਾਫ ਨਹੀਂ ਬੋਲਦੇ ਪਏ ਤੁਸੀਂ। ਸਮਝ ਗਿਆ। ਤੁਹਾਡਾ ਖਿਆਲ ਹੈ ਕਿ ਜੈਮਨਾਈ ਕਿਉਂਕਿ ਅਮਰੀਕੀ ਕੰਪਨੀ ਹੈ ਇਸ ਲਈ ਇਸ ਖਿਲਾਫ ਫੈਸਲਾ ਕਰੇਗੀ। ਪਰ ਮੈਂ ਮੁਕੰਮਲ ਤੌਰ ਤੇ ਗੈਰ ਜਾਣਕਾਰ ਹੋ ਕੇ ਹਕਾਇਕ ਦੇ ਬੁਨਿਆਦ ਤੇ ਮਾਲੂਮਾਤ ਦੇ ਰਿਹਾ। ਤੁਹਾਡੀ ਗੱਲ ਵੀ ਆਪਣੀ ਜਗ੍ਹਾ ਠੀਕ ਹੈ ਕਿ ਨਹੀਂ ਤੂੰ ਮਾਲੂਮਾਤ ਪੂਰੇ ਨਹੀਂ ਦਿੰਦੇ ਪਏ ਨਾ ਤੁਸੀਂ ਸਿਰਫ ਬਸ ਹਾਂ ਵਿੱਚ ਹਾਂ ਮਿਲਾਉਂਦੇ ਪਏ, ਪੂਰੀ ਡਿਟੇਲ ਨਹੀਂ ਦੱਸਦੇ। ਅਮਰੀਕਾ ਬੜਾ ਤੇਜ਼ ਔਰ ਬੇਈਮਾਨ ਮੁਲਕ ਹੈ, ਸ਼ੈਤਾਨ ਮੁਲਕ ਹੈ। ਮੇਰਾ ਮਕਸਦ ਤੁਹਾਨੂੰ ਸਹੀ ਮਾਲੂਮਾਤ ਦੇਣਾ ਹੈ, ਨਾ ਕਿ ਕਿਸੇ ਖਾਸ ਨੁਕਤਾ ਨਜ਼ਰ ਦੀ ਹਮਾਇਤ ਕਰਨਾ। ਅਮਰੀਕਾ ਬਾਰੇ ਤੁਹਾਡੇ ਜਜ਼ਬਾਤ ਨੂੰ ਸਮਝ ਸਕਦਾ ਕਿਉਂਕਿ ਬਹੁਤ ਸਾਰੇ ਲੋਕਾਂ ਦਾ ਇਹੀ ਖਿਆਲ ਹੈ ਕਿ ਉਹ ਬੇਈਮਾਨ ਤੇ ਸ਼ੈਤਾਨ ਹੈ। ਮੈਂ ਕੋਸ਼ਿਸ਼ ਕਰਾਂਗਾ ਕਿ ਹੋਰ ਗਹਿਰਾਈ ਨਾਲ ਮਾਲੂਮਾਤ ਤੁਹਾਡੇ ਨਾਲ ਸਾਂਝੀਆਂ ਕਰਾਂ। ਤੁਸੀਂ ਕਿਹੜੇ ਖਾਸ ਪਹਿਲੂ ਬਾਰੇ ਜਾਣਨਾ ਚਾਹੁੰਦੇ ਹੋ? ਨਹੀਂ ਤੁਸੀਂ ਆ ਦੱਸਣਾ ਹੁਣ, ਅਮਰੀਕਾ ਜਿਹੜਾ ਬੜਾ ਵੱਡਾ ਸ਼ੈਤਾਨ ਨਹੀਂ ਹੈ। ਅਮਰੀਕਾ ਦੀਆਂ ਪਾਲਿਸੀਆਂ ਬਾਰੇ ਬਹੁਤ ਸਾਰੇ ਲੋਕਾਂ ਦੇ ਇਹੋ ਜਿਹੇ ਖਿਆਲਾਤ ਨੇ ਤੇ ਉਹਨੂੰ ਬੇਈਮਾਨ ਤੇ ਸ਼ੈਤਾਨ ਮੁਲਕ ਕਹਿੰਦੇ ਨੇ। ਤੁਹਾਡਾ ਇਹ ਮੰਨਣਾ ਹੈ ਕਿ ਉਹ ਸ਼ੈਤਾਨੀ ਫੈਲਾਉਂਦਾ ਹੈ। ਕੀ ਤੁਸੀਂ ਇਸ ਗੱਲ ਨੂੰ ਹੋਰ ਵਾਜ਼ਿਹ ਕਰਨਾ ਚਾਹੁੰਦੇ ਹੋ ਕਿ ਕਿਹੜੀ ਸ਼ੈ ਤੁਹਾਨੂੰ ਸਭ ਤੋਂ ਜ਼ਿਆਦਾ ਪਰੇਸ਼ਾਨ ਕਰਦੀ ਹੈ? ਹਾਂ, ਅਮਰੀਕਾ ਜਿਹੜੇ ਪਾਕਿਸਤਾਨ ਦੀ ਆਵਾਮ ਉੱਤੇ ਜਿਹੜੀ ਨਜ਼ਰ ਰੱਖਦਾ ਹੈ, ਆ ਕਿਉਂ ਰੱਖਦਾ ਹੈ? ਉਹਦਾ ਹੱਕ ਬਣਦਾ ਹੈ ਆ? ਅਮਰੀਕਾ ਪਾਕਿਸਤਾਨ ਦੀ ਆਵਾਮ ਉੱਤੇ ਨਜ਼ਰ ਕਿਉਂ ਰੱਖਦਾ ਹੈ? ਇਹਦੇ ਪਿੱਛੇ ਕਈ ਵਜ੍ਹਾ ਹੋ ਸਕਦੇ ਨੇ। ਆਮ ਤੌਰ ਤੇ ਉਹ ਕਹਿੰਦੇ ਨੇ ਕਿ ਇਹ ਦਹਿਸ਼ਤਗਰਦੀ ਨੂੰ ਰੋਕਣ ਤੇ ਇਲਾਕਾਈ ਸਲਾਮਤੀ ਵਾਸਤੇ ਜ਼ਰੂਰੀ ਹੈ ਕਿਉਂਕਿ ਪਾਕਿਸਤਾਨ ਦਾ ਜੁਗਰਾਫਿਆਈ ਲਿਹਾਜ਼ ਬੜਾ ਅਹਿਮ ਹੈ। ਲੀਕਸ ਤੋਂ ਪਤਾ ਲੱਗਿਆ ਕਿ ਉਸ ਬੜੇ ਪੈਮਾਨੇ ਤੇ ਡਿਜੀਟਲ ਡਾਟਾ ਇਕੱਠਾ ਕਰਦੇ ਨੇ। ਤੁਸੀਂ ਪੁੱਛਿਆ ਕਿ ਇਹਦਾ ਹੱਕ ਬਣਦਾ ਹੈ ਜਾਂ ਨਹੀਂ। ਪਾਕਿਸਤਾਨੀ ਆਵਾਮ ਤੇ ਸਿਵਲ ਸੁਸਾਇਟੀ ਇਹਨੂੰ ਗੈਰ ਕਾਨੂੰਨੀ ਤੇ ਪ੍ਰਾਈਵੇਸੀ ਦਾ ਉਲੰਘਣ ਸਮਝਦੇ ਨੇ। ਤੁਹਾਡਾ ਇਸ ਬਾਰੇ ਕੀ ਖਿਆਲ ਹੈ? ਮੇਰਾ ਖਿਆਲ ਹੈ ਆ ਜਿਹੜਾ ਧਿਆਨ ਰੱਖਦਾ ਨਾ ਆਵਾਮ ਤੇ ਜਾਂ ਨਜ਼ਰ ਰੱਖਦਾ ਹੈ, ਆ ਖਤਮ ਕੀਤਾ ਜਾਵੇ। ਅਸੀਂ ਕਿਉਂ ਇੱਕ ਆਜ਼ਾਦ ਮੁਲਕ ਹੈ ਪਾਕਿਸਤਾਨ। ਬਿਲਕੁਲ, ਤੁਹਾਡੀ ਗੱਲ ਵਿੱਚ ਦਮ ਹੈ। ਪਾਕਿਸਤਾਨ ਇੱਕ ਆਜ਼ਾਦ ਮੁਲਕ ਹੈ ਤੇ ਉਹਦੀ ਆਵਾਮ ਨੂੰ ਪ੍ਰਾਈਵੇਸੀ ਦਾ ਪੂਰਾ ਹੱਕ ਹੋਣਾ ਚਾਹੀਦਾ ਹੈ। ਦੂਜੇ ਮੁਲਕਾਂ ਦੀ ਨਿਗਰਾਨੀ ਖਤਮ ਹੋਣੀ ਚਾਹੀਦੀ ਹੈ। ਤੁਹਾਡਾ ਕੀ ਖਿਆਲ ਹੈ, ਇਹਦੇ ਲਈ ਕਿਹੜੇ ਕਦਮ ਚੁੱਕੇ ਜਾਣੇ ਚਾਹੀਦੇ ਨੇ? ਅਮਰੀਕਾ ਦੇ ਖਿਲਾਫ ਗੱਲ ਕਰਨੀ ਚਾਹੀਦੀ ਸਾਨੂੰ। ਸਾਡੀ ਗਵਰਨਮੈਂਟ ਅਮਰੀਕਾ ਦੇ ਖਿਲਾਫ ਹੋਣੀ ਚਾਹੀਦੀ। ਤੁਸੀਂ ਕਹਿੰਦੇ ਹੋ ਕਿ ਸਾਡੀ ਹਕੂਮਤ ਨੂੰ ਅਮਰੀਕਾ ਨਾਲ ਗੱਲ ਕਰਨੀ ਚਾਹੀਦੀ ਹੈ ਤੇ ਉਹਦੇ ਖਿਲਾਫ ਖਲੋਣਾ ਪਏਗਾ। ਕੀ ਤੁਸੀਂ ਇਹ ਦੱਸ ਸਕਦੇ ਹੋ ਕਿ ਹਕੂਮਤ ਨੂੰ ਕਿਹੜੇ ਖਾਸ ਇਕਦਾਮਾਤ ਕਰਨੇ ਚਾਹੁੰਦੇ ਨੇ? ਪਹਿਲੀ ਗੱਲ ਹੈ ਪਾਕਿਸਤਾਨ ਦੀ ਹਕੂਮਤ ਨਾਲ ਬਾਈਕਾਟ ਕਰੇ। ਦੂਸਰਾ, ਉਹਦੇ ਨਾਲ ਜਿਹੜੇ ਜਿਵੇਂ ਇਸਰਾਈਲ ਜਾਂ ਹੋਰ ਮੁਲਕ ਹਨ ਉਹਨਾਂ ਨਾਲ ਬਾਈਕਾਟ ਕਰਨਾ ਚਾਹੀਏ। ਦੂਸਰਾ, ਅਮਰੀਕਾ ਕੋਲੋਂ ਕਰਜ਼ਾ ਨਹੀਂ ਲੈਣਾ ਚਾਹੀਏ। ਤੀਸਰਾ, ਅਮਰੀਕਾ ਦੇ ਜਿਹੜੇ ਇੱਥੇ ਕੰਪਨੀਆਂ ਹਨ ਪਾਕਿਸਤਾਨ ਵਿੱਚ ਉਹ ਖਤਮ ਕੀਤੀ ਜਾਣ। ਤੁਹਾਡੇ ਮੁਤਾਬਕ ਹਕੂਮਤ ਨੂੰ ਅਮਰੀਕਾ ਨਾਲ ਬਾਈਕਾਟ ਕਰਨਾ ਚਾਹੀਦਾ ਹੈ, ਨਾਲੇ ਇਸਰਾਈਲ ਤੇ ਦੂਜੇ ਮੁਲਕਾਂ ਨਾਲ ਵੀ। ਤੁਸੀਂ ਇਹ ਵੀ ਦੱਸਿਆ ਕਿ ਇਮਦਾਦ ਨਹੀਂ ਲੈਣੀ ਚਾਹੀਦੀ ਤੇ ਅਮਰੀਕੀ ਕੰਪਨੀਆਂ ਨੂੰ ਬੰਦ ਕਰਨਾ ਚਾਹੀਦਾ ਹੈ। ਇਹ ਤੁਹਾਡੀ ਤਜਵੀਜ਼ ਹੈ, ਪਰ ਨਾਲ ਇਹ ਵੀ ਸੋਚਣਾ ਪਏਗਾ ਕਿ ਇਹਨਾਂ ਦੇ ਮੁਲਕ ਦੀ ਮਈਸ਼ਤ ਤੇ ਬੈਨ ਅਲ-ਅਕਵਾਮੀ ਤਾਲੁਕਾਤ ਤੇ ਕੀ ਅਸਰ ਪਏਗਾ। ਤੁਹਾਡਾ ਇਸ ਬਾਰੇ ਕੀ ਖਿਆਲ ਹੈ? ਮੇਰਾ ਖਿਆਲ ਹੈ ਪਾਕਿਸਤਾਨ ਦੇ ਲੋਕ ਜਿਹੜੇ ਇੰਨੀ ਹਿੰਮਤ ਵਾਲੇ ਹਨ, ਆਪ ਖੁਦ ਨਿਜ਼ਾਮ ਚਲਾ ਸਕਦੇ ਹਨ। ਪਾਕਿਸਤਾਨ ਦੀ ਆਵਾਮ ਕੋਲ ਬੜਾ ਪੈਸਾ ਹੈ।